ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀ ਸਾਥੀਆਂ ਦਾ ਫਿਊਚਰ ਪੁਆਇੰਟ ਮੁਕਤਸਰ ਦੇ ਵਿੱਚ ਸਵਾਗਤ ਹੈ ਜੀ। ਮੈਂ ਡਾਕਟਰ ਨਰਿੰਦਰਪਾਲ ਸਿੰਘ। ਪਿਆਰੇ ਵਿਦਿਆਰਥੀ ਸਾਥੀਓ, ਤੁਹਾਡੇ ਲਈ ਅਸੀਂ ਇੱਕ ਬਹੁਤ ਸੋਹਣਾ ਉਪਰਾਲਾ ਸ਼ੁਰੂ ਕੀਤਾ ਜਿਸ ਦੇ ਵਿੱਚ ਇੰਡੀਅਨ ਪੋਲਿਟੀ ਦੀ ਕਿਤਾਬ ਹੈ ਜੀ, ਐਮ ਲక్ష్ਮੀ ਕਾਂਤ ਦੀ ਬੁੱਕ ਹੈ ਬੇਟਾ। ਆਪਾਂ ਉਸ ਸਾਰੀ ਬੁੱਕ ਨੂੰ ਜਿਹੜਾ ਹੈਗਾ ਪ੍ਰੋਪਰ ਬਹੁਤ ਸੁੰਦਰ ਤਰੀਕੇ ਦੇ ਨਾਲ ਪੰਜਾਬੀ ਮਾਧਿਅਮ ਦੇ ਵਿੱਚ ਪੜ੍ਹਾਂਗੇ ਬੇਟਾ। ਅਕਸਰ ਜਮਾਤ ਦੇ ਵਿੱਚ ਵਿਦਿਆਰਥੀ ਪੁੱਛਦੇ ਆ ਕਿ ਸਰ ਅਸੀਂ ਇੰਡੀਅਨ ਪੋਲਿਟੀ ਪੜ੍ਹਨੀ ਹੈ ਤਾਂ ਕਿਸ ਕਿਤਾਬ ਤੋਂ ਪੜ੍ਹੀਏ। ਤਾਂ ਮੈਂ ਅਕਸਰ ਉਹਨਾਂ ਨੂੰ ਇਹ ਦੱਸਦਾ ਹੁੰਦਾ ਕਿ ਜੇ ਇੰਡੀਅਨ ਪੋਲਿਟੀ ਪੜ੍ਹਨੀ ਹੈ ਤਾਂ ਤੁਹਾਨੂੰ ਐਮ ਲక్ష్ਮੀ ਕਾਂਤ ਦੀ ਬਹੁਤ ਸੁੰਦਰ ਬੁੱਕ ਹੈ ਜੀ, ਬਹੁਤ ਵਧੀਆ ਮਟੀਰੀਅਲ ਹੈ ਅਤੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਟੀਰੀਅਲ ਨੂੰ ਐਕਸਪਲੇਨ ਕੀਤਾ ਗਿਆ। ਇਹ ਬੇਟਾ UPSC ਵਾਲੇ ਵਿਦਿਆਰਥੀ ਯੂਜ਼ ਕਰਦੇ ਆ, IAS ਦਾ ਜਿਨ੍ਹਾਂ ਨੇ ਟੈਸਟ ਕਰੈਕ ਕਰਨਾ ਉਹ ਵਿਦਿਆਰਥੀ ਯੂਜ਼ ਕਰਦੇ ਆ। ਮੋਸਟਲੀ ਜਿੰਨੇ ਵੀ ਪੰਜਾਬ ਦੇ ਗੌਰਮੈਂਟ ਐਗਜ਼ਾਮ ਆ, ਜਿਨ੍ਹਾਂ ਦੇ ਹਾਈ ਲੈਵਲ ਦੇ ਐਗਜ਼ਾਮ ਆ, ਜਿਹੜੇ ਸਾਡੇ ਜਾਂ ਗ੍ਰੇਡ A ਦੇ ਐਗਜ਼ਾਮ ਆ, ਫਿਰ B ਦੇ, ਫਿਰ C ਦੇ, ਜਿੰਨੇ ਐਗਜ਼ਾਮ ਹੁੰਦੇ ਆ ਉਹ ਸਾਰੇ ਐਗਜ਼ਾਮਾਂ ਦੇ ਵਿੱਚ ਜਿੱਥੇ ਸਾਡੇ ਕੋਲ ਪੋਲਿਟੀ ਉਹਦਾ ਪਾਰਟ ਹੈ ਤਾਂ ਮੋਸਟਲੀ ਸਾਰੇ ਦੇ ਸਾਰੇ ਪ੍ਰਸ਼ਨ, ਸਾਰੇ ਦੇ ਸਾਰੇ ਕੁਐਸਚਨ ਇਸ ਬੁੱਕ ਦੇ ਇਰਦ ਗਿਰਦ, ਇਸ ਬੁੱਕ ਦੇ ਦਿੱਤੇ ਹੋਏ ਕੰਟੈਂਟ ਦੇ ਨਾਲ ਜੁੜਦੇ ਹੁੰਦੇ ਹਨ। ਅਤੇ ਇਸ ਬੁੱਕ ਨੂੰ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬੀ ਮਾਧਿਅਮ ਦੇ ਵਿੱਚ ਪੜ੍ਹਾਂਗੇ। ਇਹ ਤੁਹਾਡੇ ਲਈ ਇੱਕ ਬਹੁਤ ਇੰਪੋਰਟੈਂਟ ਬੁੱਕ ਹੈ, ਤੁਹਾਡੇ ਲਈ ਇੱਕ ਬਹੁਤ ਇੰਪੋਰਟੈਂਟ ਨੋਟਸ ਬਣ ਜਾਣਗੇ, ਬਹੁਤ ਇੰਪੋਰਟੈਂਟ ਚੀਜ਼ ਕੰਪਲੀਟ ਹੋ ਜਾਏਗੀ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਕੋਲੇ ਜਿਹੜੀ ਹੈਗੀ ਹੈ ਪੰਜਾਬੀ ਮਾਧਿਅਮ ਦੇ ਵਿੱਚ ਐਮ ਲక్ష్ਮੀ ਕਾਂਤ ਦਾ ਮਟੀਰੀਅਲ ਅਵੇਲੇਬਲ ਨਹੀਂ ਹੈਗਾ। ਪੰਜਾਬ ਦੇ ਵਿੱਚ ਹਾਲ ਹੀ ਜਿਹੜੇ ਲੈਕਚਰਾਰ ਦੇ ਪੇਪਰ ਹੋਣ ਜਾ ਰਹੇ ਨੇ, ਹਾਲ ਹੀ ਜਿਹੜੇ ਸਾਡੇ ਕੋਲੇ PSSB ਦੇ ਪੇਪਰ ਹੋਣ ਜਾ ਰਹੇ ਨੇ, ਤਾਂ ਉਹਨਾਂ ਵਿੱਚ ਆਪਾਂ ਸਫਲਤਾ ਪ੍ਰਾਪਤ ਕਰਨ ਲਈ ਤਾਂ ਬਹੁਤ ਅਥੈਂਟਿਕ ਮਟੀਰੀਅਲ ਅਤੇ ਬਹੁਤ ਹੀ ਮਿਹਨਤ ਨਾਲ ਪੜ੍ਹਨਾ ਹੈ। ਸਕਰੀਨ 'ਤੇ ਤੁਸੀਂ ਸਾਡੇ ਇੰਸਟੀਟਿਊਟ ਦਾ ਜਿਹੜਾ ਨਤੀਜਾ ਦੇਖ ਰਹੇ ਹੋ, ਜਿਹੜਾ ਸਾਡਾ ਤੁਹਾਡੇ ਕੋਲ ਰੈਗੂਲਰ ਅਸੀਂ ਰੋਜ਼ ਆਪਣੀ ਵੀਡੀਓ ਦੇ ਵਿੱਚ ਸ਼ੋਅ ਕਰਦੇ ਹਾਂ। ਬਹੁਤ ਸਾਰੇ ਵਿਦਿਆਰਥੀ ਬੇਟਾ PS ਟੈਟ ਕਲੀਅਰ ਕਰ ਚੁੱਕੇ ਨੇ ਅਤੇ ਬਹੁਤ ਸਾਰੇ ਵਿਦਿਆਰਥੀ ਜਿਹੜੀਆਂ ਪਿੱਛੇ ਭਰਤੀ ਆਈਆਂ ਸੀ ਉਹਨਾਂ ਦੇ ਵਿੱਚ ਲੱਗ ਚੁੱਕੇ ਨੇ। ਪਿਛਲੀ ਭਰਤੀ ਆਈ ਸੀ ਜਿਹੜੀ ETT ਦੀ, ਜਿਹੜੀ ਸੈਕਿੰਡ ਪੇਪਰ ਦੀ ਭਰਤੀ ਸੀ, 66-35 ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਲੱਗੇ। ਅਤੇ ਹੁਣ ਅਸੀਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੈਗੇ ਆ 59-94 ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਸੀਂ ਹੋਰ ਕਈ ਪ੍ਰਕਾਰ ਦੀਆਂ ਨੌਕਰੀਆਂ ਦੇ ਵਿੱਚ ਸਹਾਈ ਬਣਾਵਾਂਗੇ। ਤੁਸੀਂ ਤੁਹਾਡੇ ਇਸ ਮਿਹਨਤ ਦੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅਤੇ ਤੁਹਾਡੀ ਮਿਹਨਤ ਨੂੰ ਅਸੀਂ ਸਫਲਤਾਪੂਰਵਕ ਅੰਜਾਮ ਦਿਵਾਉਣ ਦੇ ਲਈ ਸਹਾਇਤਾ ਦੇ ਵਿੱਚ ਲੱਗੇ ਰਹਾਂਗੇ। ਸੋ ਅੱਜ ਜਿਹੜਾ ਸਾਡਾ ਮੇਨ ਟੌਪਿਕ ਹੈ ਐਮ ਲక్ష్ਮੀ ਕਾਂਤ ਦੀ ਬੁੱਕ ਦੇ ਵਿੱਚੋਂ ਸੈਕਿੰਡ ਟੌਪਿਕ ਹੈ ਸਾਡਾ ਜਿਹੜਾ, ਉਹਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਮੇਕਿੰਗ ਆਫ ਕੌਨਸਟੀਟਿਊਸ਼ਨ। ਅਤੇ ਬੇਟਾ ਪੂਰੀ ਤਰ੍ਹਾਂ ਜਿਹੜੀ ਉਹ ਐਮ ਲక్ష్ਮੀ ਕਾਂਤ ਆਪਾਂ ਪੰਜਾਬੀ 'ਚ ਟਰਾਂਸਲੇਟ ਕਰ ਲਈ ਹੈ ਅਤੇ ਪੂਰੀ ਤਰ੍ਹਾਂ ਉਸ ਬੁੱਕ ਦੇ ਜਿਹੜੇ ਨੋਟਸ ਆ ਤੁਸੀਂ ਆਪਣੀਆਂ ਕਾਪੀਆਂ ਦੇ ਉੱਤੇ ਤਿਆਰ ਕਰਨੇ ਆ। ਕਾਪੀ ਪੈਨ ਨਾਲ ਲੈ ਕੇ ਬੈਠਣਾ ਬੇਟਾ, ਅਤੇ ਉਸ ਦੇ ਅਕੋਰਡਿੰਗ ਜੋ ਵੀਡੀਓ ਹੈ ਚੱਲ ਰਹੀ ਹੈ ਇਸ ਨੂੰ ਤੁਸੀਂ ਪੌਜ਼ ਕਰਕੇ ਆਪਣੇ ਆਈਡੀਆ ਜੋ ਆਪਣੇ ਵਿਊ ਨੇ ਇਸ ਦੇ ਅਕੋਰਡਿੰਗ, ਵੀਡੀਓ ਦੇ ਅਕੋਰਡਿੰਗ ਜੋ ਤੁਹਾਡਾ ਵਿਚਾਰ ਬਣਦਾ ਵੀ ਆਹ ਪੁਆਇੰਟ ਆ ਸਕਦਾ, ਕੁਐਸਚਨ ਆ ਸਕਦਾ, ਉਹ ਜ਼ਰੂਰ ਆਪਣੀ ਕਾਪੀ 'ਤੇ ਨੋਟ ਕਰਨਾ। ਸੋ ਸ਼ੁਰੂ ਕਰਦੇ ਹਾਂ ਸਾਥੀਓ। ਮੇਕਿੰਗ ਆਫ ਕੌਨਸਟੀਟਿਊਸ਼ਨ ਸਭ ਤੋਂ ਇੰਪੋਰਟੈਂਟ ਹੈ। ਭਾਰਤ ਦਾ ਸ਼ਾਸਨ ਹੈ ਜਿਹੜਾ, ਇੱਕ ਗੌਰਮੈਂਟ ਜਿਹੜੀ ਹੈ ਜਾਂ ਜੋ ਭਾਰਤ ਸਰਕਾਰ ਹੈ ਬੇਟਾ, ਸੰਵਿਧਾਨ ਦੇ ਦੁਆਰਾ ਚੱਲਦੀ ਹੈ। ਸੰਵਿਧਾਨ ਬਹੁਤ ਇੰਪੋਰਟੈਂਟ ਹੈ। ਸੰਵਿਧਾਨ ਬਣਿਆ ਕਿਵੇਂ ਸੀ ਇਹ ਉਸ ਤੋਂ ਵੀ ਇੰਪੋਰਟੈਂਟ ਹੈ। ਤਾਂ ਅੱਜ ਅਸੀਂ ਇਸ ਦੇ ਵਿੱਚ ਇਹ ਚਰਚਾ ਕਰਾਂਗੇ ਕਿ ਕੌਨਸਟੀਟਿਊਸ਼ਨ ਕਿਵੇਂ ਫਰੇਮ ਹੋਇਆ ਸੀ, ਕੌਨਸਟੀਟਿਊਸ਼ਨ ਦੀ ਕਿਵੇਂ ਤਿਆਰ ਕੀਤਾ ਗਿਆ ਸੀ। ਤਾਂ ਸੰਵਿਧਾਨ ਸਭਾ ਦਾ ਵਿਚਾਰ ਆਇਆ ਸੀ ਰਾਜੇ MN ਰਾਓ, ਵਿਅਕਤੀ ਦਾ ਨਾਮ ਹੈ ਪੁੱਤਰ, ਯਾਦ ਰੱਖਣਾ ਨਾਮ MN ਰਾਓ। ਇਹਨਾਂ ਨੇ ਇੱਕ ਆਈਡੀਆ ਦਿੱਤਾ ਸੀਗਾ। ਇਹ ਉਹੀ MN ਰਾਓ ਨੇ ਜਿਹੜੇ ਭਾਰਤ ਦੇ ਵਿੱਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਰਨਗੇ। MN ਰਾਓ ਕਮਿਊਨਿਸਟ ਅੰਦੋਲਨ ਦੇ ਵੀ ਮੋਢੀ ਰਹੇ ਸੀਗੇ। MN ਰਾਓ ਨੇ ਆਈਡੀਆ ਦਿੱਤਾ ਕੌਨਸਟੀਟਿਊਸ਼ਨ ਬਣਾਉਣ ਦਾ। ਇਸੇ ਤਰ੍ਹਾਂ ਹੀ ਭਾਰਤੀ ਰਾਸ਼ਟਰੀ ਕਾਂਗਰਸ ਭਾਰਤ ਦਾ ਸਭ ਤੋਂ ਪੁਰਾਣਾ ਦਲ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦੀ ਹੋਂਦ ਜਿਹੜੀ ਆਈ ਸੀ 1885 ਦੇ ਵਿੱਚ ਆਈ ਸੀ। 1938 ਦੇ ਵਿੱਚ ਇਸ ਨੇ ਸੰਵਿਧਾਨ ਸਭਾ ਦੀ ਮੰਗ ਰੱਖੀ ਸੀਗੀ ਅਤੇ ਬ੍ਰਿਟਿਸ਼ ਸਰਕਾਰ ਨੇ ਇਹਨਾਂ ਦੀਆਂ ਜਿਹੜੀਆਂ ਡਿਮਾਂਡਸ ਸੀਗੀਆਂ ਉਹਨੂੰ ਅੰਤਿਮ ਰੂਪ ਦੇ ਵਿੱਚ ਸਵੀਕਾਰ ਕਰਕੇ ਅਤੇ ਸਾਡੇ ਮੂਹਰੇ ਪੇਸ਼ ਕੀਤਾ ਸੀ ਅਗਸਤ ਪ੍ਰਸਤਾਵ 1940। ਬੇਟਾ ਯਾਦ ਰੱਖਿਆ ਜੇ, ਅਗਸਤ ਪ੍ਰਸਤਾਵ 1940। ਇਹ ਅਗਸਤ ਪ੍ਰਸਤਾਵ ਦੇ ਵਿੱਚ ਉਹਨਾਂ ਨੇ ਸਾਡੀਆਂ ਡਿਮਾਂਡਸ ਸੀਗੀਆਂ ਜਿਹੜੀਆਂ ਉਹਨਾਂ ਨੂੰ ਮੰਨ ਲਿਆ ਸੀਗਾ। ਤਾਂ ਸਾਡੀ ਡਿਮਾਂਡਸ ਮੰਨਣ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਕਿ ਕੌਨਸਟੀਟਿਊਸ਼ਨ ਬਣਾਵਾਂਗੇ। ਕੌਨਸਟੀਟਿਊਸ਼ਨ ਬਣਾਉਣ ਦੇ ਲਈ 1942 ਦੇ ਵਿੱਚ ਕ੍ਰਿਪਸ ਮਿਸ਼ਨ ਆਇਆ ਸੀਗਾ। ਬੇਟਾ ਯਾਦ ਰੱਖਿਓ ਕਿਹੜਾ ਮਿਸ਼ਨ ਆਇਆ ਸੀਗਾ, ਕ੍ਰਿਪਸ ਮਿਸ਼ਨ ਆਇਆ ਸੀਗਾ। ਬ੍ਰਿਟਿਸ਼ ਕੈਬਨਿਟ ਦੇ ਮੈਂਬਰ ਸੀਗੇ ਜੀ ਸਰ ਸਟੈਨਫੋਰਡ ਕ੍ਰਿਪਸ। ਇੱਕ ਡਰਾਫਟ ਲੈ ਕੇ ਭਾਰਤ ਆਏ। ਉਹ ਜਦੋਂ ਜੇ ਡਰਾਫਟ ਲੈ ਕੇ ਭਾਰਤ ਆਉਂਦੇ ਬੇਟਾ ਤਾਂ ਸਾਡੇ ਭਾਰਤ ਦੇ ਵਿੱਚ 1906 ਦੇ ਵਿੱਚ ਜਦੋਂ ਮੁਸਲਿਮ ਲੀਗ ਬਣਦੀ ਹੈ ਤਾਂ ਇੱਕ ਵੱਖਰਾ ਹੀ ਆਪਣਾ ਹੋਂਦ ਬਣਾ ਕੇ ਰੱਖਦੀ ਹੈ। ਅਤੇ ਮੁਸਲਿਮ ਲੀਗ ਨੇ ਇਹਨਾਂ ਦੇ ਡਰਾਫਟ ਨੂੰ
ਅਣਗੌਲਿਆ ਕੀਤਾ, ਇਹਨਾਂ ਦੇ ਡਰਾਫਟ ਨੂੰ ਅਸਵੀਕਾਰ ਕੀਤਾ। ਫਿਰ ਇਸ ਤੋਂ ਬਾਅਦ ਕੀ ਸੀਗਾ ਕਿ ਮੁਸਲਿਮ ਲੀਗ ਇਹ ਡਿਮਾਂਡ ਰੱਖਦੀ ਸੀਗੀ ਕਿ ਜਿਹੜਾ ਭਾਰਤ ਹੈ, ਭਾਰਤ ਨੂੰ 2 ਰਾਜਾਂ ਦੇ ਵਿੱਚ ਵੰਡਿਆ ਜਾਵੇ, ਭਾਰਤ ਦੇ 2 ਦੇਸ਼ ਹਿੱਸੇ ਬਣਾਏ ਜਾਣ। ਮੁਸਲਿਮ ਲੀਗ ਨੇ ਡਿਮਾਂਡ ਰੱਖੀ ਸੀ ਪਾਕਿਸਤਾਨ ਦੀ। ਤੇ ਜੇਕਰ ਮੰਨ ਲਓ ਭਾਰਤ ਦੇ ਵਿੱਚੋਂ ਇੱਕ ਪਾਕਿਸਤਾਨ ਰਾਜ ਅਲੱਗ ਨਿਕਲੂਗਾ, ਪਾਕਿਸਤਾਨ ਦੇਸ਼ ਅਲੱਗ ਨਿਕਲੂਗਾ, ਤਾਂ ਭਾਰਤ ਦੇ ਵਿੱਚ ਜਿਹੜੀ ਸੰਵਿਧਾਨ ਸਭਾ, ਇਟ ਮੀਨਸ ਕਿ ਦੋਨਾਂ ਦੇਸ਼ਾਂ ਦੀ ਸੰਵਿਧਾਨ ਸਭਾ ਇੱਕ ਨਹੀਂ ਹੋ ਸਕਦੀ, ਤਾਂ ਉਹ ਵੱਖਰੀ ਵੱਖਰੀ ਸੰਵਿਧਾਨ ਸਭਾ ਦੀ ਡਿਮਾਂਡ ਕਰਨ ਲੱਗ ਗਏ। ਫਿਰ ਅੰਤ ਸਾਡੇ ਕੋਲੇ ਕੈਬਨਿਟ ਮਿਸ਼ਨ ਆਂਦਾ ਰਾਜੇ 1946 ਦੇ ਵਿੱਚ। ਕਿਹੜਾ ਮਿਸ਼ਨ ਹੈ ਪੁੱਤਰ? ਕੈਬਨਿਟ ਮਿਸ਼ਨ 1946। ਪਹਿਲਾਂ ਤਾਂ ਇਹਨੇ ਆਂਦਿਆਂ ਹੀ ਜਿਹੜੀਆਂ 2 ਸੰਵਿਧਾਨ ਸਭਾਵਾਂ ਦੀ ਡਿਮਾਂਡ ਸੀ ਉਹ ਖਾਰਜ ਕਰਤੀ। ਇਹਨਾਂ ਨੇ ਇੱਕੋ ਸੰਵਿਧਾਨ ਸਭਾ ਦੀ ਮੰਗ ਰੱਖੀ ਸੀ, ਇੱਕੋ ਹੀ ਸੰਵਿਧਾਨ ਸਭਾ ਕਹਿੰਦੇ ਬਣੂਗੀ। ਤੇ ਫਿਰ ਉਹ ਸੰਵਿਧਾਨ ਸਭਾ ਬਣਾਵਾਂਗੇ, ਉਹ ਸੰਵਿਧਾਨ ਸਭਾ ਦੇ ਵਿੱਚ ਮੈਂਬਰ ਕਿਵੇਂ ਹੋਣਗੇ, ਉਹ ਸਾਰੇ ਅੱਜ ਅਸੀਂ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਸਭ ਤੋਂ ਇੰਪੋਰਟੈਂਟ ਹੈ ਪੁੱਤਰ, ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਕੈਬਨਿਟ ਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਆਏ ਸੀ। ਤਾਂ ਕੈਬਨਿਟ ਮਿਸ਼ਨ ਦੇ ਵਿੱਚ 3 ਮੈਂਬਰ ਆਏ ਸੀਗੇ। ਕਿਹੜੇ ਕਿਹੜੇ ਆਏ ਸੀਗੇ ਕੈਬਨਿਟ ਮਿਸ਼ਨ ਦੇ ਵਿੱਚ? ਜਿਹੜੇ 3 ਮੈਂਬਰ ਸੀਗੇ, ਇੱਕ ਸੀਗੇ ਪੈਂਥਿਕ ਲਾਰੈਂਸ, ਦੂਜੇ ਸੀ ਕ੍ਰਿਪਸ ਤੇ ਤੀਸਰੇ ਸੀ A.V. ਅਲੈਗਜ਼ੈਂਡਰ। ਬੇਟਾ ਸਕਰੀਨ ਦੇ ਉੱਤੇ ਬਹੁਤ ਇੰਪੋਰਟੈਂਟ ਜਾਣਕਾਰੀ ਦਿੱਤੀ ਹੈ, ਵੀਡੀਓ ਰੋਕ ਕੇ ਆਪਣੀਆਂ ਕਾਪੀਆਂ ਦੇ ਵਿੱਚ ਨੋਟ ਕਰਿਓ। 16 ਮਈ 1946 ਨੂੰ ਭਾਰਤ ਦੇ ਵਿੱਚ ਕੈਬਨਿਟ ਮਿਸ਼ਨ ਆਉਂਦਾ ਹੈ। ਕੈਬਨਿਟ ਮਿਸ਼ਨ ਆਂਦਾ ਤੇ ਕੈਬਨਿਟ ਮਿਸ਼ਨ ਦੇ ਮੋਢੀ ਪੁੱਛਿਆ ਜਾਂਦਾ ਹੁੰਦਾ, ਕਈ ਵਾਰ ਪੁੱਛਿਆ ਗਿਆ ਪਿਛਲੇ ਪੇਪਰਾਂ ਦੇ ਵਿੱਚ ਕਿ ਕੈਬਨਿਟ ਮਿਸ਼ਨ ਦੇ ਜਿਹੜੇ ਪ੍ਰਧਾਨ ਸੀ ਜਾਂ ਕੈਬਨਿਟ ਮਿਸ਼ਨ ਦੇ ਮੋਢੀ ਸੀ ਉਹ ਕੌਣ ਸੀਗੇ? ਤਾਂ ਲਾਰਡ ਪੈਂਥਿਕ ਲਾਰੈਂਸ। ਕੌਣ ਸੀਗੇ? ਲਾਰਡ ਪੈਂਥਿਕ ਲਾਰੈਂਸ। ਨਾਓ ਵੀ ਆਰ ਡਿਸਕਸ ਅਬਾਊਟ ਕੰਪੋਜੀਸ਼ਨ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ। ਹੁਣ ਅਸੀਂ ਭਾਰਤ ਦੀ ਸੰਵਿਧਾਨ ਸਭਾ ਦੀ ਬਣਤਰ ਬਾਰੇ ਗੱਲ ਕਰਾਂਗੇ। ਬੇਟਾ ਜਿਹੜਾ ਸਾਨੂੰ ਕੈਬਨਿਟ ਮਿਸ਼ਨ ਨੇ ਸਾਨੂੰ ਜਿਹੜੀ ਗਿਣਤੀ ਦਿੱਤੀ ਸੀਗੀ, ਕੈਬਨਿਟ ਮਿਸ਼ਨ ਨੇ ਸਾਨੂੰ ਗਿਣਤੀ ਦਿੱਤੀ ਸੀ ਸਾਡੀ ਪਾਪੂਲੇਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਸਾਡੇ ਰਾਜ ਦੇ ਵਿੱਚ ਜਿਹੜੇ ਲੋਕ ਸੀਗੇ, ਕਿੰਨੀ ਗਿਣਤੀ ਸੀ ਉਹਨਾਂ ਦੀ, ਉਹਨਾਂ ਦੇ ਅਕੋਰਡਿੰਗ ਭਾਰਤ ਦਾ ਸੰਵਿਧਾਨ ਤਿਆਰ ਹੋਏਗਾ। ਤਾਂ ਉਹ ਗਿਣਤੀ ਦੇ ਅਕੋਰਡਿੰਗ ਸਾਡੀ ਜਿਹੜੀ ਹੈ ਸੰਵਿਧਾਨ ਸਭਾ ਦੀ ਬਣਤਰ ਬਣਾਈ ਗਈ ਸੀਗੀ। ਸੰਵਿਧਾਨ ਸਭਾ ਦੇ ਵਿੱਚ ਕੁੱਲ ਕਹਿੰਦੇ ਗਿਣਤੀ ਦੇ ਮੈਂਬਰ ਹੋਣਗੇ 399। 296 ਸੀਟਾਂ ਬ੍ਰਿਟਿਸ਼ ਭਾਰਤ ਤੋਂ। ਬੇਟਾ ਬ੍ਰਿਟਿਸ਼ ਭਾਰਤ ਦਾ ਮਤਲਬ ਹੈਗਾ ਕਿ ਜਿਹੜਾ ਭਾਰਤ ਦੇ ਅੰਡਰ ਜਿਹੜੇ ਰਾਜ ਸੀਗੇ, ਜਿਹੜੇ ਇਹਨਾਂ ਦੇ ਅਧੀਨ ਆਉਂਦੇ ਸੀਗੇ। ਤੇ ਬਾਕੀ ਸਾਡੇ ਕੋਲੇ ਜਿਹੜੀਆਂ ਪ੍ਰਿੰਸਲੀ ਸਟੇਟਸ ਸੀਗੀਆਂ, ਸਾਡੀਆਂ ਰਿਆਸਤਾਂ ਸੀਗੀਆਂ ਰਾਜੇ। ਤੇ ਰਿਆਸਤਾਂ ਦੇ ਵਿੱਚੋਂ ਇਹਨਾਂ ਨੇ ਕਾਊਂਟ ਕੀਤੇ ਸੀ 93। ਦੇਖੋ ਕਾਊਂਟ ਕਰਦੇ ਹਾਂ ਦੁਬਾਰਾ, 299 ਟੋਟਲ ਸੰਵਿਧਾਨ ਸਭਾ ਦੇ ਬੰਦੇ ਹੋਣਗੇ, ਕਹਿੰਦੇ 299, ਜਿਨ੍ਹਾਂ ਚੋਂ 296 ਬ੍ਰਿਟਿਸ਼ ਭਾਰਤ ਦੇ ਹੋਣਗੇ ਤੇ 93 ਜਿਹੜੇ ਹੈਗੇ ਆ ਇਹ ਸੀਟਾਂ ਰਿਆਸਤੀ ਹੋਣਗੀਆਂ। ਕਿੰਨੇ ਬੇਟਾ? 296 ਬ੍ਰਿਟਿਸ਼ ਭਾਰਤ ਦੇ, 93 ਰਿਆਸਤੀ ਸੀਟਾਂ। ਫਿਰ ਇਲੈਕਸ਼ਨ ਹੋਇਆ ਪੁੱਤਰ। ਇਲੈਕਸ਼ਨ ਦੇ ਵਿੱਚ ਕੀ ਰਿਜ਼ਲਟ ਬਾਹਰ ਆਇਆ ਕਿ 208 ਮੈਂਬਰ ਕਾਂਗਰਸ ਦੇ ਜਿੱਤੇ, 73 ਮੁਸਲਿਮ ਲੀਗ ਦੇ ਜਿੱਤੇ ਤੇ 15 ਆਜ਼ਾਦ ਜਿੱਤੇ। ਇੱਥੇ ਰਿਆਸਤਾਂ ਨੇ ਪਾਰਟਿਸਿਪੇਟ ਨਹੀਂ ਕੀਤਾ। 3 ਜੂਨ 1947 ਨੂੰ ਲਾਰਡ ਮਾਊਂਟ ਬੈਟਨ ਭਾਰਤ ਦੀ ਜਿਹੜੀ ਵੰਡ ਦੀ ਘੋਸ਼ਣਾ ਕਰਦੇ ਆ। ਇਹਨੂੰ ਬੋਲਦੇ ਆ ਲਾਰਡ ਮਾਊਂਟ ਬੈਟਨ ਪਲਾਨ। ਕਿਹਨਾਂ ਨੇ ਕੀਤੀ ਸੀ ਜੀ? ਭਾਰਤ ਦੇ ਵਾਇਸਰਾਏ ਸੀਗੇ ਲਾਰਡ ਮਾਊਂਟ ਬੈਟਨ। ਇਹਨਾਂ ਨੇ 3 ਜੂਨ 1947 ਨੂੰ ਵੰਡ ਦੀ ਘੋਸ਼ਣਾ ਕਰਤੀ। ਹੁਣ ਭਾਰਤ ਦੀ ਜਿਹੜੀ ਸੰਵਿਧਾਨ ਸਭਾ ਉਹਦੀ ਗਿਣਤੀ ਘਟ ਗਈ ਬੇਟੇ। ਪਹਿਲਾਂ ਕਿੰਨੀ ਸੀ? 399, ਕਿਉਂਕਿ ਭਾਰਤ ਦੇ ਵਿੱਚੋਂ ਇੱਕ ਰਾਜ ਨਿਕਲ ਗਿਆ ਪੁੱਤਰ, ਇੱਕ ਅਲੱਗ ਦੇਸ਼ ਨਿਕਲ ਗਿਆ। 399 ਮੈਂਬਰਾਂ ਦੇ ਵਿੱਚੋਂ ਕੁਝ ਮੈਂਬਰ ਇਲਾਕੇ ਸੀ ਜਿਹੜੇ ਉਹ ਪਾਕਿਸਤਾਨ ਚਲੇ ਗਏ, ਤਾਂ ਉਹ ਇੱਧਰੋਂ ਹੁਣ ਮਾਈਨਸ ਹੋ ਗਏ। ਹੁਣ ਕਿੰਨੇ ਰਹਿ ਗਏ? 299। 299 ਦੇ ਕਿਵੇਂ ਬਣਾਏ? 296 ਰਾਜਾਂ ਦੇ ਵਿੱਚੋਂ ਆਏ, 93 ਰਿਆਸਤਾਂ ਦੇ ਵਿੱਚੋਂ ਆਏ। ਟੋਟਲ ਬਣ ਗਏ ਜੀ 299। ਠੀਕ ਹੈ ਜੀ, 299 ਮੈਂਬਰ। ਤੇ 299 ਮੈਂਬਰਾਂ ਦੇ ਵਿੱਚੋਂ ਜਿਹੜੇ ਸਾਡੇ ਕੋਲੇ ਬਣਦੇ ਸੀਗੇ 229 ਜਿਹੜੇ ਸੀ ਸਾਡੇ ਟੋਟਲ, ਜਿਹੜੇ ਸਿਰਫ ਅਸੀਂ ਰਿਆਸਤਾਂ ਦੇ ਵਿੱਚੋਂ ਲਏ। ਤੇ ਟੋਟਲ ਸਾਡੇ ਕੋਲੇ ਰਿਆਸਤਾਂ ਦੇ 70 ਤੇ 296 ਜਿਹੜੇ ਰਾਜਾਂ ਦੇ ਵਿੱਚੋਂ, ਤੇ ਸਾਡੇ ਕੋਲੇ 299 ਬਣ ਗਏ। ਇਹਦੇ ਵਿੱਚ ਹੁਣ ਸਾਡਾ ਕਨਸਟੀਟਿਊਸ਼ਨ ਹੈ ਕਿਸ ਤਰੀਕੇ ਦੇ ਨਾਲ ਵਰਕਿੰਗ ਕਰੇਗਾ, ਕੰਮ ਕਰੇਗਾ। ਪਹਿਲੀ ਮੀਟਿੰਗ ਬੈਠਦੀ ਹੈ ਰਾਜੇ 9 ਦਸੰਬਰ 1946 ਨੂੰ। ਪਹਿਲੀ ਸਭਾ ਦੇ ਵਿੱਚ ਮੁਸਲਿਮ ਲੀਗ ਨੇ ਬਾਈਕਾਟ ਕਰਤਾ ਪੁੱਤਰ। ਇਹ ਤਾਂ ਸਾਨੂੰ ਬਹੁਤ ਬੇਸਿਕ ਨੌਲੇਜ। ਹੁਣ ਸੰਖਿਆ ਪੁੱਛੀ ਜਾ ਸਕਦੀ ਹੈ ਕਿ ਪਹਿਲੀ ਸਭਾ ਦੇ ਵਿੱਚ ਕਿੰਨੇ ਬੰਦੇ ਬੈਠੇ ਸੀ, ਕਿੰਨੇ ਵਿਅਕਤੀ ਮੀਟਿੰਗ ਦੇ ਵਿੱਚ ਸੀਗੇ। ਦੇਖੋ ਆਪਾਂ ਪਿੱਛੇ ਪੜ ਕੇ ਆਏ 299 ਲੋਕ। ਉਹ 299 ਲੋਕ ਉਹ ਹੈ ਜਿਹੜੇ ਭਾਰਤ ਦਾ ਸੰਵਿਧਾਨ ਤਿਆਰ ਕਰਨਗੇ।
208 ਲੋਕ ਤੇ 3 ਆਜ਼ਾਦ ਪਿੰਦੇ ਜਿਹੜੇ ਸਾਡੇ ਕੋਲੇ 211 ਮੈਂਬਰ ਬਣਦੇ ਆ। 211 ਮੈਂਬਰ ਜਿਹੜੇ ਵਿਦਆਊਟ ਮੁਸਲਿਮ ਲੀਗ ਕੈਬਨਿਟ ਮਿਸ਼ਨ ਦੇ ਅਕੋਰਡਿੰਗ ਜਦੋਂ 9 ਦਸੰਬਰ 1946 ਨੂੰ ਪਹਿਲੀ ਮੀਟਿੰਗ ਬੈਠਦੀ ਹੈ ਤਾਂ ਇਹਦੇ ਵਿੱਚ 211 ਮੈਂਬਰ ਪਾਰਟਿਸਿਪੇਟ ਕਰਦੇ ਆ। ਬੇਟਾ ਇਸ ਨੂੰ ਉਦਘਾਟਨੀ ਸਮਾਰੋਹ ਵੀ ਕਿਹਾ ਜਾਂਦਾ ਹੈ। ਸੰਵਿਧਾਨ ਸਭਾ ਦੀ ਪਹਿਲੀ ਬੈਠਕ ਇਹਨੂੰ ਕਿਹਾ ਜਾਂਦਾ ਹੈ। ਪਹਿਲੀ ਬੈਠਕ ਦੇ ਵਿੱਚ ਕੀ ਹੋਇਆ ਸੀ ਬੇਟਾ, ਜਦੋਂ 211 ਮੈਂਬਰ ਬੈਠੇ ਤੇ ਸਭ ਤੋਂ ਸੀਨੀਅਰ ਵਿਅਕਤੀ ਜਿਹੜਾ ਸਭ ਤੋਂ ਮੋਸਟ ਸੀਨੀਅਰ ਵਿਅਕਤੀ ਸੀਗਾ, ਉਸ ਵਿਅਕਤੀ ਨੂੰ ਪ੍ਰਧਾਨ ਬਣਾਇਆ ਗਿਆ। ਫਰਾਂਸ ਦੇ ਵਿੱਚ ਪ੍ਰੈਕਟਿਸ ਨਾਮਕ ਚੱਲਦੀ ਹੈ ਸੰਸਥਾ, ਜਿਵੇਂ ਉਹਦੇ ਅਕੋਰਡਿੰਗ ਕਿ ਜਦੋਂ ਪਹਿਲੀ ਵਾਰ ਫਰਾਂਸ ਦੇ ਵਿੱਚ ਕੋਈ ਲੀਡਰ ਜਾਂ ਪਾਰਲੀਮੈਂਟਰੀ ਇਕੱਠ ਹੁੰਦਾ ਤਾਂ ਉਹਦਾ ਆਗੂ ਚੁਣਨ ਵਾਸਤੇ ਪਹਿਲਾਂ ਉਹਨਾਂ ਵਿੱਚੋਂ ਇੱਕ ਸੀਨੀਅਰ ਆਗੂ ਚੁਣਿਆ ਜਾਂਦਾ ਹੈ। ਉਸ ਸੀਨੀਅਰ ਆਗੂ ਦੀ ਦਿਸ਼ਾ ਨਿਰਦੇਸ਼ ਦੇ ਅਧੀਨ ਫਿਰ ਅਸਲ ਆਗੂ ਚੁਣਿਆ ਜਾਂਦਾ ਹੈ। ਸੇਮ ਅਸੀਂ ਵੀ ਐਂ ਕੀਤਾ। 211 ਮੈਂਬਰਾਂ ਦੀ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸੀਨੀਅਰ ਆਗੂ ਚੁਣਿਆ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਅਸਥਾਈ ਪ੍ਰਧਾਨ। ਕੌਣ ਸਨ? ਡਾਕਟਰ ਸਚਿਦਾਨੰਦ ਸਿਨਹਾ। ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਧੀਨ ਫਿਰ ਸਥਾਈ ਪ੍ਰਧਾਨ ਚੁਣੇ ਗਏ। ਕੌਣ? ਡਾਕਟਰ ਰਜਿੰਦਰ ਪ੍ਰਸਾਦ। ਇਹ ਜਿਹੜੀ ਪ੍ਰੈਕਟਿਸ ਸੀਗੀ, ਜੋ ਇਹ ਕਿਰਿਆ ਕੀਤੀ ਸੀ, ਇਹ ਫਰਾਂਸ ਤੋਂ ਅਸੀਂ ਅਡਾਪਟ ਕੀਤੀ ਸੀ। ਫਰਾਂਸ ਦੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਇਹ ਚੱਲਦਾ ਸੀ ਸਿਸਟਮ ਉੱਤੇ। ਡਾਕਟਰ ਸਚਿਦਾਨੰਦ ਅਸਥਾਈ ਪ੍ਰਧਾਨ ਸੀਗੇ। ਫਿਰ ਇਹਨਾਂ ਦੀ ਦਿਸ਼ਾ ਨਿਰਦੇਸ਼ ਦੇ ਅਧੀਨ ਜਿਹੜੀ ਚੋਣ ਹੋਈ, ਕਿਹਦੀ ਹੋਈ ਜੀ? ਰਜਿੰਦਰ ਪ੍ਰਸਾਦ ਜੀ ਦੀ ਚੋਣ ਹੋਈ ਤੇ ਪਹਿਲੇ ਸਥਾਈ ਪ੍ਰਧਾਨ ਵਜੋਂ ਇਹ ਚੁਣੇ ਗਏ। 11 ਦਸੰਬਰ 1946 ਨੂੰ ਦੁਬਾਰਾ ਮੀਟਿੰਗ ਜਦੋਂ ਬੈਠਦੀ ਹੈ ਤੇ ਰਜਿੰਦਰ ਪ੍ਰਸਾਦ ਜਿਹੜੇ ਸਥਾਈ ਪ੍ਰਧਾਨ ਦੇ ਅਕੋਰਡਿੰਗ ਅਹੁਦੇ ਤੇ ਬੈਠਦੇ ਨੇ। ਬੇਟਾ ਇਸ ਸਮੇਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਸੀ, ਵਾਈਸ ਪ੍ਰਧਾਨ ਸੀ ਇਹਨਾਂ ਦੇ, ਉਹ ਵੀ ਚੁਣੇ ਹੋਏ ਸੀ। ਉਹ ਸੀਗੇ HC ਮੁਖਰਜੀ। ਪੁੱਤਰ ਯਾਦ ਰੱਖਿਓ, ਇਹ ਪੁੱਛਿਆ ਜਾਂਦਾ ਕਿ ਰਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ ਤਾਂ ਉਪ ਵਾਈਸ ਪ੍ਰਧਾਨ ਦਾ ਨਾਮ ਦੱਸੋ। ਤਾਂ ਉਪ ਵਾਈਸ ਪ੍ਰਧਾਨ ਦਾ ਨਾਮ ਹੈ HC ਮੁਖਰਜੀ, ਸੰਵਿਧਾਨ ਸਭਾ ਦੇ ਸਲਾਹਕਾਰ। ਬੇਟਾ ਬਹੁਤ ਇੰਪੋਰਟੈਂਟ ਹੈ। BN ਰਾਓ। ਦੇਖੋ, ਅਸੀਂ ਸਟਾਰਟਿੰਗ ਤੇ ਇੱਕ ਆਈਡੀਆ ਪੜ੍ਹਿਆ ਸੀ, ਇੱਕ ਆਈਡੀਆ ਦੇ ਵਿਚਾਰ ਦੀ ਗੱਲ ਕੀਤੀ ਸੀ, ਤਾਂ ਉਹ MN ਰਾਓ ਨੇ ਦਿੱਤਾ ਸੀ। ਤੇ ਐਡਵਾਈਜ਼ਰੀ ਆਫ ਕਨਸਟੀਟਿਊਸ਼ਨ ਅਸੈਂਬਲੀ, ਜਿਹੜਾ ਐਡਵਾਈਜ਼ਰ ਸੀ ਉਸ ਕਨਸਟੀਟਿਊਸ਼ਨ ਅਸੈਂਬਲੀ ਦਾ, ਕਮੇਟੀ ਦਾ ਮੈਂਬਰ ਸੀ, ਉਹ ਸੀਗੇ BN ਰਾਓ। ਬੇਟੇ ਦੋਨਾਂ ਦੇ ਨਾਮ ਦੇ ਵਿੱਚ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, ਕਲੀਅਰ ਰੱਖਣੀ ਹੈ। ਫਿਰ 13 ਦਸੰਬਰ 1946 ਨੂੰ ਸੰਵਿਧਾਨ ਸਭਾ ਦੇ ਅੱਗੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਕੁਝ ਉਦੇਸ਼ ਪ੍ਰਸਤਾਵ ਲੈ ਕੇ ਆਉਂਦੇ ਹੈ। ਤੇ ਜਦੋਂ ਇਹ ਸੰਵਿਧਾਨ ਸਭਾ ਦੇ ਅੱਗੇ ਪੇਸ਼ ਕੀਤੇ ਜਾਂਦੀ ਹੈ, ਇਹਨਾਂ ਉਦੇਸ਼ ਪ੍ਰਸਤਾਵਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਭਾਰਤ ਦਾ ਸੰਵਿਧਾਨ ਕਿਹੋ ਜਿਹਾ ਹੋਵੇਗਾ, ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਕੀ ਹੋਏਗਾ, ਭਾਰਤ ਦਾ ਸੰਵਿਧਾਨ ਕਿਵੇਂ ਬਣੇਗਾ। ਇਹ ਸਾਰੇ ਜਿਹੜੇ ਏਮਸ ਸੀ, ਜਿਹੜੇ ਇਹਦੇ ਜਾਂ ਆਬਜੈਕਟਿਵ ਰੈਜ਼ੋਲੂਸ਼ਨ ਸੀਗੇ, ਇਹ ਪੇਸ਼ ਕੀਤੇ ਗਏ। ਤੇ ਆਬਜੈਕਟਿਵ ਰੈਜ਼ੋਲੂਸ਼ਨਸ ਨੂੰ ਸੀਗਾ ਜਾ ਕੇ 22 ਜਨਵਰੀ 1947 ਨੂੰ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਮਹੱਤਵਪੂਰਨ ਅੰਗ ਦੇ ਰੂਪ ਦੇ ਵਿੱਚ ਘੋਸ਼ਿਤ ਕਰਦੇ ਆ। ਉਹਦਾ ਨਾਮ ਹੈ ਪ੍ਰਸਤਾਵਨਾ, ਪ੍ਰੈਂਬਲ। ਪ੍ਰਸਤਾਵਨਾ ਬਹੁਤ ਇੰਪੋਰਟੈਂਟ ਹੈ ਪੁੱਤਰ। ਪੂਰੇ ਦਾ ਪੂਰਾ ਇੱਕ ਵੀਡੀਓ, ਅਗਲੀ ਵੀਡੀਓ ਦੇ ਵਿੱਚ ਪ੍ਰਸਤਾਵਨਾ ਲੈ ਕੇ ਆਵਾਂਗੇ। ਤੇ ਪ੍ਰਸਤਾਵਨਾ ਦੇ ਵਿੱਚੋਂ 100% ਇੱਕ ਕੁਐਸਚਨ ਆਉਂਦਾ ਹੈ। ਤਾਂ ਪ੍ਰਸਤਾਵਨਾ ਦੇ ਉੱਤੇ ਆਪਾਂ ਫਿਰ ਵਿਸਥਾਰ ਸਹਿ ਚਰਚਾ ਕਰਾਂਗੇ। ਇੱਥੇ ਸਿਰਫ ਅਸੀਂ ਇੰਨੀ ਕੁ ਗੱਲ ਪੇਸ਼ ਕਰਾਂਗੇ ਕਿ 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤੇ ਤੇ ਬਾਅਦ ਵਿੱਚ ਉਹਨਾਂ ਦੇ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਅਸਲੀ ਰੂਪ ਦੇ ਕੇ, ਪ੍ਰਸਤਾਵਨਾ ਦਾ ਰੂਪ ਦੇ ਕੇ ਭਾਰਤੀ ਸੰਵਿਧਾਨ ਵਿੱਚ 22 ਜਨਵਰੀ 1947 ਨੂੰ ਦਰਜ ਕਰ ਲਿਆ ਗਿਆ। ਡੇਟਾ ਯਾਦ ਰੱਖਣੀ ਹੈ, 22 ਜਨਵਰੀ 1947। ਇੰਡੀਅਨ ਇੰਡੀਪੈਂਡੈਂਟ ਐਕਟ 1947। ਬੇਟਾ ਇਸ ਐਕਟ ਨੇ ਭਾਰਤੀ ਸੰਵਿਧਾਨ ਸਭਾ ਨੂੰ ਇੱਕ ਬੜਾ ਤਕੜਾ ਪਾਵਰ ਦਿੱਤੀ, ਪ੍ਰਭੂ ਸੱਤਾ ਦਿੱਤੀ। ਅਕੋਰਡਿੰਗ ਆਪਣੇ ਆਪ ਦੇ ਵਿੱਚ ਇੱਕ ਅਸੈਂਬਲੀ ਦਾ ਰੂਪ ਦਿੱਤਾ ਕਿ ਜੋ ਇੱਕ ਕਾਨੂੰਨ ਹੈ ਬਣਾ ਸਕਦੇ ਆ, ਉਹ ਸਾਰੇ ਦਾ ਸਾਰਾ ਸੈਵਰਨਿਟੀ ਤੇ ਆਧਾਰਿਤ ਹੋਏਗਾ, ਪ੍ਰਭੂ ਸੱਤਾ ਤੇ ਆਧਾਰਿਤ ਹੋਏਗਾ। ਤਾਂ ਭੁੱਲਿਓ ਨਾ ਕਿਹੜਾ ਐਕਟ ਸੀਗਾ? ਇੰਡੀਅਨ ਇੰਡੀਪੈਂਡੈਂਟ ਐਕਟ 1947। ਪ੍ਰਭੂ ਸੱਤਾ ਦਾ ਅਧਿਕਾਰ ਦਿੱਤਾ ਸੀ। ਸੰਵਿਧਾਨ ਸਭਾ ਸੰਵਿਧਾਨ ਤਿਆਰ ਕਰਨ ਦੇ ਲਈ ਪ੍ਰਧਾਨ ਰਜਿੰਦਰ ਪ੍ਰਸਾਦ ਨੂੰ ਕਾਨੂੰਨ ਦੇ
ਪ੍ਰਧਾਨ ਬਣਾਇਆ ਗਿਆ। ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸੀਗੇ? ਰਜਿੰਦਰ ਪ੍ਰਸਾਦ। ਬੇਟਾ ਬਹੁਤ ਇੰਪੋਰਟੈਂਟ ਚੀਜ਼ ਹੈ ਇੱਥੇ। ਸੰਵਿਧਾਨ ਸਭਾ ਦੇ ਪ੍ਰਧਾਨ ਰਜਿੰਦਰ ਪ੍ਰਸਾਦ, ਤੇ ਜਿਹੜਾ ਲੀਗਲ ਡਾਕੂਮੈਂਟ ਲਈ ਸੀਗਾ ਉਹਨਾਂ ਦੇ ਪ੍ਰਧਾਨ ਬਣੇ ਸੀ ਜੀ.ਵੀ. ਮਾਵਲੰਕਰ, ਜਿਹੜੇ ਬਾਅਦ ਵਿੱਚ ਆ ਕੇ ਪਹਿਲੀ ਲੋਕ ਸਭਾ ਦੇ ਸਪੀਕਰ ਬਣ ਗਏ। ਕੌਣ? ਗਣੇਸ਼ ਵਾਸੁਦੇਵ ਮਾਵਲੰਕਰ। ਬੇਟਾ ਧਿਆਨ ਨਾਲ ਸਮਝੋ ਗੱਲ, ਥੋੜਾ ਜਿਹਾ ਇੱਕ ਵਾਰੀ ਆ ਕੀ ਹੋ ਗਿਆ ਸਰ, ਕੀ ਦੱਸ ਗਏ ਸਰ? ਬੇਟਾ ਸੁਣੋ ਧਿਆਨ ਨਾਲ। ਸੰਵਿਧਾਨ ਸਭਾ ਤਿਆਰ ਹੋ ਰਹੀ ਹੈ, ਪ੍ਰਧਾਨ ਕੌਣ ਹੈ? ਰਜਿੰਦਰ ਪ੍ਰਸਾਦ। ਉਸ ਲੀਗਲ ਅਕੋਰਡਿੰਗ ਜੋ ਲੀਗਲ ਡਾਕੂਮੈਂਟਰੀ ਚੱਲਣਗੇ ਉਹਨਾਂ ਦਾ ਪ੍ਰਧਾਨ ਕੌਣ ਹੈ? ਜੀ.ਵੀ. ਮਾਵਲੰਕਰ। ਅੰਡਰਸਟੈਂਡ ਕਰਿਆ ਜੀ? ਜੀ.ਵੀ. ਮਾਵਲੰਕਰ। ਆਉਣ ਵਾਲੇ ਸਾਲਾਂ ਵਿੱਚ ਮਾਵਲੰਕਰ ਸਾਹਿਬ ਸਾਡੀ ਲੋਕ ਸਭਾ ਦੇ ਪਹਿਲੇ ਸਪੀਕਰ ਹੋਣਗੇ। ਤੇ ਮਾਵਲੰਕਰ ਸਾਹਿਬ ਦੇ ਉੱਤੇ ਮਹਾਦੋਸ਼ ਵੀ ਲੱਗਿਆ ਸੀ, ਪਾਸ ਨਹੀਂ ਹੋਇਆ। ਮਾਵਲੰਕਰ ਸਾਹਿਬ ਪਹਿਲੀ ਲੋਕ ਸਭਾ ਦੇ ਸਪੀਕਰ ਵੀ ਹੋਣਗੇ। ਕੌਣ ਹੈ? ਜੀ.ਵੀ. ਮਾਵਲੰਕਰ। ਹੁਣ ਆਪਾਂ ਕੁਝ ਫਿਕਸ ਡੇਟਾਂ ਯਾਦ ਕਰਾਂਗੇ। ਮਈ 1949 ਤੋਂ ਬਾਅਦ ਅਸੀਂ ਕਾਮਨਵੈਲਥ ਮੈਂਬਰ ਬਣ ਗਏ ਸੀ। ਕਾਮਨਵੈਲਥ ਦੇਸ਼ਾਂ ਦੇ ਨਾਲ ਅਸੀਂ ਕੰਟੀਨਿਊ ਮੈਂਬਰਸ਼ਿਪ ਲੈ ਲਈ ਸੀਗੀ, ਅੱਜ ਵੀ ਅਸੀਂ ਉਹਨਾਂ ਨਾਲ ਖੜੇ ਆ। 22 ਜੁਲਾਈ 1947 ਨੂੰ ਅਸੀਂ ਝੰਡਾ ਸਵੀਕਾਰ ਕਰ ਲਿਆ। ਜੋ ਝੰਡਾ ਡਿਜ਼ਾਈਨ ਕੀਤਾ ਸੀ ਵਿਨਾਇਕਾ ਪਿੰਗਾਲੀ ਨੇ ਡਿਜ਼ਾਈਨ ਕੀਤਾ ਸੀ, ਤੇ ਝੰਡਾ ਜਿਹੜਾ ਸਾਡਾ ਹੈ 22 ਜੁਲਾਈ 1947 ਨੂੰ ਅਸੀਂ ਸਵੀਕਾਰ ਕਰ ਲਿਆ, ਅਡਾਪਟ ਕਰ ਲਿਆ ਸੀ, ਪ੍ਰੋਪਰ ਰੂਪ ਦੇ ਵਿੱਚ ਮਾਨਤਾ ਦਿੱਤੀ ਸੀ। 24 ਜਨਵਰੀ 1950 ਨੂੰ ਰਾਸ਼ਟਰੀ ਗਾਨ ਜਨ ਗਣ ਮਨ ਰਿਟਨ ਬਾਏ ਰਵਿੰਦਰਨਾਥ ਟੈਗੋਰ ਨੂੰ ਰਾਸ਼ਟਰੀ ਗਾਨ 'ਚ ਇੰਪੋਰਟੈਂਸ ਦਿੱਤੀ, ਅਸੀਂ ਉਹਨੂੰ ਮਾਨਤਾ ਦਿੱਤੀ ਰਾਸ਼ਟਰੀ ਗਾਨ ਦੀ। ਕਦੋਂ? 24 ਜਨਵਰੀ 1950 ਨੂੰ ਰਾਸ਼ਟਰੀ ਗਾਨ ਨੂੰ ਮਾਨਤਾ ਦਿੱਤੀ। 24 ਜਨਵਰੀ 1950 ਨੂੰ ਰਾਸ਼ਟਰੀ ਗੀਤ ਬੰਦੇ ਮਾਤਰਮ, ਬਿਕਮ ਚੰਦਰ ਚੈਟਰਜੀ ਦਾ ਲਿਖਿਆ ਹੋਇਆ ਨਾਵਲ ਆਨੰਦ ਮਠ, ਨਾਵਲ ਦੀ ਭਾਸ਼ਾ ਬੰਗਾਲੀ ਤੇ ਰਾਸ਼ਟਰੀ ਗੀਤ ਦੀ ਭਾਸ਼ਾ ਸੰਸਕ੍ਰਿਤ। ਬੇਟਾ ਯਾਦ ਰੱਖਿਆ ਜੀ, ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਹੈ। 24 ਜਨਵਰੀ 1950 ਨੂੰ ਅਸੀਂ ਭਾਰਤ ਦੇ ਆਉਣ ਵਾਲੇ ਪਹਿਲੇ ਰਾਸ਼ਟਰਪਤੀ ਵੀ ਚੁਣੇ। ਕੌਣ? ਡਾਕਟਰ ਰਜਿੰਦਰ ਪ੍ਰਸਾਦ। 24 ਜਨਵਰੀ ਨੂੰ 3 ਚੀਜ਼ਾਂ ਚੁਣੀਆਂ ਪੁੱਤਰ, ਯਾਦ ਰੱਖਿਓ ਜੀ, ਪੁੱਛਿਆ ਜਾਂਦਾ ਹੁੰਦਾ ਹੈ ਕੁਐਸਚਨ। 24 ਜਨਵਰੀ ਨੂੰ ਰਾਸ਼ਟਰੀ ਗਾਨ, 24 ਜਨਵਰੀ ਨੂੰ ਰਾਸ਼ਟਰੀ ਗੀਤ, 24 ਜਨਵਰੀ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਰਜਿੰਦਰ ਪ੍ਰਸਾਦ। ਸਨ ਤਿੰਨਾਂ ਦਾ 1950। ਸੰਵਿਧਾਨ ਬਣ ਕੇ ਤਿਆਰ ਹੋਇਆ ਪੁੱਤਰ 2 ਸਾਲ 11 ਮਹੀਨੇ 18 ਦਿਨ ਲੱਗੇ ਸਾਨੂੰ ਸੰਵਿਧਾਨ ਤਿਆਰ ਕਰਨ ਦੇ। ਇਹ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਸੰਵਿਧਾਨ ਸਭਾ ਦੇ ਕੁੱਲ ਸੈਸ਼ਨ ਹੋਏ ਸੀ ਪੁੱਤਰ 11, ਤੇ 60 ਦੇਸ਼ਾਂ ਦਾ ਜਿਹੜਾ ਇਹ ਸੰਵਿਧਾਨ ਦਾ ਅਧਿਐਨ ਕੀਤਾ ਗਿਆ। 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਨ ਤੋਂ ਬਾਅਦ ਫਿਰ ਭਾਰਤ ਦਾ ਬਹੁਤ ਹੀ ਸਤਿਕਾਰਯੋਗ ਮਾਨਣਯੋਗ ਸੰਵਿਧਾਨ ਤਿਆਰ ਕੀਤਾ ਗਿਆ। 24 ਜਨਵਰੀ 1950 ਨੂੰ ਅੰਤਿਮ ਵਾਰ ਇੱਕ ਸੈਸ਼ਨ ਹੋਇਆ। ਇਸ ਸੈਸ਼ਨ ਦੇ ਵਿੱਚ ਸਾਰੀ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਤੇ ਹਸਤਾਖਰ ਕਰਕੇ ਰਜਿੰਦਰ ਪ੍ਰਸਾਦ ਜੀ ਦੀ ਰਹਿਨੁਮਾਈ ਦੇ ਹੇਠ ਅੱਗੇ ਜਾ ਕੇ 26 ਜਨਵਰੀ 1950 ਨੂੰ ਸੰਵਿਧਾਨ ਨੂੰ ਅਸੀਂ ਲਾਗੂ ਕਰ ਦੇਣਾ। ਬੇਟਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ 26 ਨਵੰਬਰ 1949। ਇਹ ਦੋਵੇਂ ਡੇਟਾ ਸੇਮ ਹੈ। ਬਹੁਤ ਸਾਰੇ ਬੱਚੇ ਕੁਐਸਚਨ ਗਲਤ ਟਿਕ ਕਰੇ ਹੁੰਦੇ ਆ। ਸੰਵਿਧਾਨ ਬਣ ਕੇ ਸਵੀਕਾਰ ਹੋ ਗਿਆ, ਜਦੋਂ ਬਣ ਕੇ ਅਸੀਂ ਰੱਖਾ ਲਿਆ, ਅਡਾਪਟ ਕਰ ਲਿਆ, ਉਹ ਹੋਇਆ ਸੀਗਾ ਬਈ 26 ਨਵੰਬਰ 1949। ਅੰਗੀਕਰਨ ਕਰ ਲਿਆ, ਤੇ ਜਦੋਂ ਇਨਫੋਰਸ ਆ ਗਿਆ, ਲਾਗੂ ਹੋ ਗਿਆ 26 ਜਨਵਰੀ 1950। ਤੇ ਫਿਰ ਇਸ ਤੋਂ ਬਾਅਦ 1951 ਤੇ 52 ਦੇ ਵਿੱਚ ਅਸੀਂ ਪਹਿਲੀਆਂ ਚੋਣਾਂ ਕੀਤੀਆਂ। ਪਹਿਲੀਆਂ ਚੋਣਾਂ ਦੇ ਦੌਰਾਨ ਸਾਡੇ ਪਹਿਲੇ ਚੋਣ ਕਮਿਸ਼ਨਰ ਕੌਣ ਸੀਗੇ, ਉਹ ਨਾਮ ਮੈਨੂੰ ਕਮੈਂਟ ਦੇ ਵਿੱਚ ਲਿਖ ਕੇ ਸ਼ੇਅਰ ਕਰਨਾ ਜੀ। ਪਹਿਲੇ ਚੋਣ ਕਮਿਸ਼ਨਰ ਕੌਣ ਸੀਗੇ? ਬੇਟੇ ਜਦੋਂ ਕਨਸਟੀਟਿਊਸ਼ਨ ਬਣ ਰਿਹਾ ਨਾ, ਉਦੋਂ ਕੁਝ ਕਮੇਟੀਜ਼ ਗਠਿਤ ਹੋਈਆਂ ਸੀ। ਇਹ ਕਮੇਟੀਜ਼ ਜਿਹੜੀਆਂ ਸੀਗੀਆਂ, ਆਪਾਂ ਗੱਲ ਕਰੀਏ ਤਾਂ 8 ਵਿਸ਼ੇਸ਼ ਕਮੇਟੀਆਂ ਸੀਗੀਆਂ ਤੇ ਬਾਕੀ ਸਹਾਇਕ ਕਮੇਟੀਆਂ ਸੀਗੀਆਂ। ਸਭ ਤੋਂ ਇੰਪੋਰਟੈਂਟ ਕਮੇਟੀ ਡਰਾਫਟਿੰਗ ਕਮੇਟੀ, ਡਾਕਟਰ B.R. ਅੰਬੇਦਕਰ ਚੇਅਰਮੈਨ ਸੀਗੇ। 29 ਅਗਸਤ 1947 ਨੂੰ ਵਰਕ ਸਟਾਰਟ ਕਰਤਾ ਸੀ, ਕੰਮ ਸਟਾਰਟ ਕਰਤਾ ਸੀ। ਡਾਕਟਰ B.R. ਅੰਬੇਦਕਰ ਦੇ ਸਮੇਤ 6 ਮੈਂਬਰ ਹੋਰ ਸੀਗੇ, ਤੇ ਇਹ ਕੁੱਲ ਮੈਂਬਰ ਹੋ ਗਏ 7, ਤੇ ਡਾਕਟਰ B.R. ਅੰਬੇਦਕਰ ਤੋਂ ਇਲਾਵਾ 6 ਹੋ ਗਏ। ਸਟੈਂਡਿੰਗ ਕਮੇਟੀ ਰਜਿੰਦਰ ਪ੍ਰਸਾਦ ਜੀ, ਯੂਨੀਅਨ ਪਾਵਰ ਕਮੇਟੀ ਜਵਾਹਰ ਲਾਲ ਨਹਿਰੂ, ਯੂਨੀਅਨ ਕੌਂਸਟੀਟਿਊਸ਼ਨਲ ਕਮੇਟੀ ਜਵਾਹਰ ਲਾਲ ਨਹਿਰੂ,
ਪ੍ਰੋਵੀਜ਼ਨਲ ਕਮੇਟੀ ਸਰਦਾਰ ਪਟੇਲ, ਕੌਂਸਟੀਟਿਊਸ਼ਨਲ ਕਮੇਟੀ ਸੀ ਜਿਹੜੀ, ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨਲ ਕਮੇਟੀ ਸਰਦਾਰ ਪਟੇਲ, ਐਡਵਾਈਜ਼ਰੀ ਕਮੇਟੀ ਆਫ ਫੰਡਾਮੈਂਟਲ ਰਾਈਟ ਸਰਦਾਰ ਪਟੇਲ, ਫੰਡਾਮੈਂਟਲ ਰਾਈਟ ਸਬ ਕਮੇਟੀ JB ਕ੍ਰਿਪਲਾਨੀ, ਵੈਰੀ ਵੈਰੀ ਇੰਪੋਰਟੈਂਟ ਬੇਟਾ। 8 ਕਮੇਟੀਆਂ ਸੀਗੀਆਂ ਮਹੱਤਵਪੂਰਨ, ਬਾਕੀ ਸਹਾਇਕ ਸੀਗੀਆਂ। 26 ਨਵੰਬਰ 1949 ਨੂੰ ਜਦੋਂ ਭਾਰਤ ਦਾ ਸੰਵਿਧਾਨ ਬਣ ਗਿਆ ਸੀਗਾ ਤੇ ਅਸੀਂ ਸਵੀਕਾਰ ਕੀਤਾ ਸੀਗਾ ਤੇ ਅਸੀਂ ਅੰਗੀਕਰਨ ਕਰ ਲਿਆ ਸੀ, ਅਡਾਪਟ ਕਰ ਲਿਆ ਸੀਗਾ, ਤਾਂ ਉਦੋਂ ਸੰਵਿਧਾਨ 'ਚ ਕੀ ਕੁਝ ਸੀਗਾ ਬੇਟਾ? ਉਦੋਂ ਇੱਕ ਤਾਂ ਸੰਵਿਧਾਨ ਦੇ ਵਿੱਚ ਪ੍ਰੈਂਬਲ ਸੀਗੀ, ਆਰਟੀਕਲ ਸੀਗੇ 395, ਅਨੁਸੂਚੀਆਂ ਸੀਗੀਆਂ 8 ਤੇ ਕੌਂਸਟੀਟਿਊਸ਼ਨ ਦੇ ਭਾਗ ਸੀਗੇ 22। ਤੇ ਵਰਤਮਾਨ ਸਮੇਂ ਦਾ ਸੰਵਿਧਾਨ ਜਿਹੜਾ ਅੱਜ, ਜੇ ਅੱਜ ਦੇ ਸੰਵਿਧਾਨ ਦੀ ਗੱਲ ਕਰੀਏ, ਅੱਜ ਮਿਤੀ ਜਿਹੜੀ ਹੈਗੀ ਹੈ 25 ਜਨਵਰੀ 1950। ਅੱਜ ਦੀ ਡੇਟ ਬਹੁਤ ਇੰਪੋਰਟੈਂਟ ਹੈ, ਮੈਨੂੰ ਕਮੈਂਟ ਦੇ ਵਿੱਚ ਲਿਖ ਕੇ ਭੇਜਣਾ 25 ਜਨਵਰੀ 1950 ਨੂੰ ਅਸੀਂ ਕਿਹੜਾ ਦਿਵਸ ਸੈਲੀਬ੍ਰੇਟ ਕਰਦੇ ਆ। ਤੇ ਇਸ ਵਿਧਨ ਕਿਸ ਕੌਂਸਟੀਟਿਊਸ਼ਨਲ ਬੋਡੀ ਦਾ ਗਠਨ ਕੀਤਾ ਗਿਆ ਸੀਗਾ? ਇਹ ਕੁਐਸਚਨ ਆਊਗਾ ਪੇਪਰ 'ਚ ਤੁਹਾਨੂੰ ਕਿ ਕਿਹੜੀ ਸੰਵਿਧਾਨਿਕ ਸੰਸਥਾ ਹੈ। ਤਾਂ ਸੰਵਿਧਾਨਿਕ ਸੰਸਥਾ ਦਾ ਇੱਕ ਦਾ ਗਠਨ ਹੋਇਆ ਸੀ ਪੁੱਤਰ। ਕਿਹੜੀ ਸੰਵਿਧਾਨਿਕ ਸੰਸਥਾ ਸੀ ਜਿਹੜੀ 25 ਜਨਵਰੀ 1950 ਨੂੰ ਗਠਨ ਕੀਤਾ ਗਿਆ ਸੀ ਜਿਹਦਾ? ਸੋ ਕਿ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਜੀ, ਬਹੁਤ ਇੰਟੈਲੀਜੈਂਟ ਬੱਚੇ ਹੋ। ਵਰਤਮਾਨ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਆਰਟੀਕਲ ਕਿੰਨੇ ਆ ਜੀ? ਹੁਣ ਤਾਂ 475 ਤੋਂ ਪਲੱਸ ਹੋਈ ਜਾਂਦੇ ਆ। ਅਨੁਸੂਚੀਆਂ 12 ਭਾਗ 25 ਤੇ ਜੇ ਅਮੈਂਡਮੈਂਟਸ ਦੀ ਗੱਲ ਕਰੀਏ ਤਾਂ 105 ਸੋਧਾਂ ਹੁਣ ਭਾਰਤੀ ਗਜ਼ਟ ਦੇ ਅਨੁਸਾਰ ਸਾਡੇ ਕੋਲੇ ਪਹੁੰਚ ਚੁੱਕੀਆਂ, 105 ਸੋਧਾਂ। ਸੋ ਪਿਆਰੇ ਵਿਦਿਆਰਥੀ ਸਾਥੀਓ, ਇਹ ਸੀਗੀ ਜੀ ਮੇਕਿੰਗ ਆਫ ਕੌਂਸਟੀਟਿਊਸ਼ਨ ਦਾ ਸਫ਼ਰ। ਅੱਜ ਦੇ ਮੇਕਿੰਗ ਆਫ ਕੌਂਸਟੀਟਿਊਸ਼ਨ ਦੀ ਵੀਡੀਓ ਦੇ ਵਿੱਚ ਅਸੀਂ ਸੰਵਿਧਾਨ ਦੇ ਬਾਰੇ, ਕਿਵੇਂ ਸੰਵਿਧਾਨ ਦਾ ਨਿਰਮਾਣ ਹੋਇਆ ਤੇ ਅਸੀਂ ਅੱਜ ਦੇ ਵਰਤਮਾਨ ਸੰਵਿਧਾਨ ਦੇ ਨਾਲ ਆ ਕੇ ਜੋੜਤਾ। ਸੋ ਪਿਆਰੇ ਵਿਦਿਆਰਥੀ ਸਾਥੀਓ, ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ, ਲਾਹੇਵੰਦ ਲੱਗਿਆ, ਤਾਂ ਮੇਰੀ ਤੁਹਾਨੂੰ ਇੱਕ ਛੋਟੀ ਜਿਹੀ ਰਿਕੁਐਸਟ ਹੈ, ਬਹੁਤ ਸਾਰੇ ਵਿਦਿਆਰਥੀਆਂ ਤੱਕ ਇਸ ਨੂੰ ਸ਼ੇਅਰ ਕਰੋ, ਲੋੜਵੰਦ ਵਿਦਿਆਰਥੀ ਤੱਕ ਇਹ ਆਪਣੇ ਆਪ ਫਿਰ ਪਹੁੰਚ ਜੇਗੀ। ਥੈਂਕ ਯੂ ਜੀ, ਧੰਨਵਾਦ। ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅਗਲਾ ਵਰਕ ਨੈਕਸਟ ਵੀਡੀਓ ਦੇ ਵਿੱਚ ਹੋਏਗਾ, ਤਾਂ ਅਗਲਾ ਨੈਕਸਟ ਵਰਕ ਆਪਾਂ ਲੈ ਕੇ ਆਵਾਂਗੇ ਤੁਹਾਡੇ ਕੋਲੇ, ਫੀਚਰਸ ਆਫ ਕੌਂਸਟੀਟਿਊਸ਼ਨ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਸੋ ਮਿਲਦੇ ਆ ਪਿਆਰੇ ਵਿਦਿਆਰਥੀ ਸਾਥੀਓ ਅਗਲੀ ਵੀਡੀਓ ਤੇ। ਮੈਂ ਡਾਕਟਰ ਨਰਿੰਦਰਪਾਲ ਸਿੰਘ ਤੁਹਾਡਾ ਸਮਾਂ ਲੈਣ ਦੇ ਲਈ ਧੰਨਵਾਦ ਕਰਦਾ ਜੀ। ਬਹੁਤ ਕੀਮਤੀ ਸਮਾਂ ਸੀ ਤੁਹਾਡਾ, ਤੇ ਇਸ ਕੀਮਤੀ ਸਮੇਂ ਦੇ ਵਿੱਚ ਮੈਂ ਤੁਹਾਨੂੰ ਕੁਝ ਥੋੜ੍ਹਾ ਜਿਹਾ ਜਾਣਕਾਰੀ ਗਿਆਨ ਦੀ ਦੇ ਸਕਿਆ। ਸੋ ਮੈਂ ਤੁਹਾਡਾ ਧੰਨਵਾਦ ਕਰਦਾ ਜੀ। ਥੈਂਕ ਯੂ।